ਰੀਨਾ ਪੈਂਸ਼ਨ हाँ जी रीना ਤੁਸੀਂ ਕੀਤਾ हाँ जी ਮੈਨੂੰ ਕਾਲ ਨਹੀਂ ਕੀਤਾ ਦੱਸੋ ਜੀ। मैं ਤੁਹਾਡੀ ਫੇਸਬੁੱਕ ਤੇ ਵੀਡੀਓ ਵੇਖੀ ਉੱਥੇ ਤੁਹਾਡਾ ਨੰਬਰ ਲੱਗ ਕੇ ਗਈ ਤੁਹਾਨੂੰ ਕੀਤੀ ਮੇਰੀ ਨਾਲ ਦਾ ਬਾਅਦ 16 ਤਰੀਕ ਦੇ ਆਪਾਂ ਰਿਪੋਰਟਾਂ ਕਰਾਈਆਂ ਇੱਕ ਢਿੱਲੋਂ ਸਿਟੀ ਸਕੈਨ ਕਰਾਇਆ ਆਪਾਂ ਤੇ ਇੱਕ ਅਲਟਰਾਸਾਊਂਡ ਕਰਾਇਆ ਟ੍ਰਿਲਿੰਗ ਦੇ ਸਾਹਮਣੇ ਰਿਪੋਰਟਾਂ ਲੈ ਕੇ ਆਪਾਂ 14 ਤਰੀਕ ਨੂੰ ਰਾਤ ਨੂੰ ਇੱਥੇ ਆਏ ਹਾਂ ਹਸਪਤਾਲ ਇੱਕ ਕੋਆਪਰੇਟ ਹਸਪੀਟਲ ਕੋਰਪੋਰੇਟ ਹਸਪੀਟਲ ਇਹਨਾਂ ਨੇ ਐਡਮਿਟ ਕੀਤਾ ਇਹਨਾਂ ਰਿਪੋਰਟਾਂ ਵੇਖੀਆਂ ਕਹਿੰਦੇ ਰਿਪੋਰਟਾਂ ਆਪਾਂ ਅਸੀਂ ਮੈਚ ਨਹੀਂ ਕਰਨੇ ਆਪਾਂ ਆਪਣੀ ਰਿਪੋਰਟ ਇੱਕ ਸਿਟੀ ਸਕੈਨ ਕਰਾਵਾਂਗੇ ਆਪਣੇ ਹਸਪੀਟਲ ਤੋਂ ਸਿਟੀ ਸਕੈਨ ਕਰਾ ਕੇ ਤੇ ਫਿਰ ਆਪਾਂ ਆਪਣੀ ਰਿਪੋਰਟ ਵੇਖਾਂਗੇ ਆਪਾਂ ਫਿਰ ਇਲਾਜ ਕਰਾਂਗੇ ਇਹਨਾਂ ਨੇ ਐਡਮਿਟ ਕਰ ਲਿਆ ਚਲੋ ਇਹਨਾਂ ਨੇ ਸਿਟੀ ਸਕੈਨ ਕੀਤਾ ਸਿਟੀ ਸਕੈਨ ਤੋਂ ਬਾਅਦ ਸਾਡਾ ਪੈਕੇਜ ਹੋ ਗਿਆ 80000 ਦਾ ਹਸਪੀਟਲ ਦੇ ਵਿੱਚ ਪੱਥਰੀ ਆਈ ਸੀ ਸਿਟੀ ਸਕੈਨ ਦੇ ਵਿੱਚ ਕਿਤੇ 'ਚ ਤੇ ਕਿੰਨੇ ਐਮਐਮ ਦੀ 34 mm ਫਿਰ ਪੱਸ ਵਗੈਰਾ ਤੇ ਇਨਫੈਕਸ਼ਨ ਵਗੈਰਾ ਆਈ ਸੀ ਠੀਕ ਹੈ ਇਹ ਇਹਨਾਂ ਦਾ ਸਾਡਾ ਪੈਕੇਜ ਹੋ ਗਿਆ 80000 ਦਾ ਠੀਕ ਹੈ ਪੈਕੇਜ ਤੋਂ ਬਾਅਦ ਚਲੋ ਜੀ ਇਹਨਾਂ ਇਲਾਜ ਕਰਨਾ ਸ਼ੁਰੂ ਕੀਤਾ ਇਹਨਾਂ ਨੇ ਆਪਣਾ ਟੈਸਟ ਕਰਾਇਆ ਜੋ ਵੀ ਹੈ ਸਿਟੀ ਸਕੈਨ ਉਸ ਤੋਂ ਬਾਅਦ ਇਹਨਾਂ 3 ਦਿਨ ਬਾਅਦ ਆਪਰੇਟ ਵਗੈਰਾ ਕੀਤਾ ਪੱਥਰੀ ਨੂੰ ਫੇਰ ਵੀ ਇਹਨਾਂ ਨੇ ਕੁਝ ਕੀਤਾ ਇਹਨਾਂ ਨੇ ਪੱਸ ਤੇ ਇਨਫੈਕਸ਼ਨ ਵਗੈਰਾ ਦਾ ਇਲਾਜ ਕੀਤਾ ਹੋਇਆ ਵਾ ਉਸ ਤੋਂ ਬਾਅਦ ਆਪਾਂ ਜਦੋਂ ਬਕਾਇਦਾ ਦਵਾਈਆਂ ਦਾ ਪੁੱਛਿਆ ਇਹਨਾਂ ਨੂੰ ਕੀ ਹਿਸਾਬ ਕਿਤਾਬ ਕਹਿੰਦੇ ਤੁਸੀਂ ਜਾ ਕੇ ਤੇ ਆਪਰੇਸ਼ਨ ਦਾ ਜਿਹੜਾ ਵੀ ਸਮਾਨ ਹੈ ਨਾ ਲੈ ਕੇ ਆਓ ਆਪਾਂ 60000 ਰੁਪਏ ਰਿਸੈਪਸ਼ਨ ਤੇ ਦਿੱਤਾ ਸਾਹਮਣੇ ਰਿਸੈਪਸ਼ਨ ਤੇ 60000 ਰੁਪਏ ਦਿੱਤਾ ਦਵਾਈਆਂ ਦਾ ਵੀ ਅਸੀਂ ਚਲੋ ਕਹਿੰਦੇ ਕਿ ਤੁਹਾਨੂੰ ਥੋੜੇ ਬਹੁਤੇ ਦਵਾਈਆਂ ਦੇ ਪੈਸੇ ਖਰਚਣੇ ਪੈਣੇ ਆ ਜਿਹੜਾ ਆਪਰੇਸ਼ਨ ਟਾਈਮ ਸਮਾਨ ਲੱਗਾ ਹਾਂਜੀ ਪੈਕੇਜ ਦੇ ਵਿੱਚ ਚਲੋ ਆਪਾਂ ਭੁਲੇਖੇ ਰਹੇ ਹਾਂ ਤੇ ਆਪਾਂ 47000 ਰੁਪਏ ਇੱਧਰ ਜਮ੍ਹਾਂ ਕਰਾਤਾ 47000 ਰੁਪਏ ਦੇ 60000 60,000 1,04,000 ਰੁਪਏ ਹਾਂਜੀ। ਤੁਸੀਂ ਜਮ੍ਹਾਂ ਕਰਾ ਜਮ੍ਹਾਂ ਕਰਾਤਾ ਪੈਕੇਜ ਪੈਕੇਜ ਤੁਹਾਡਾ ਦਾ 80,000 80,000 ਦਾ ਪੈਕੇਜ ਤੋਂ ਵੱਧ ਪੈਸੇ ਚਲੇ ਗਏ ਕਿ ਜਦੋਂ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਆਈਸੀ ਤੇ ਆਈਸੀ ਫੇਰ ਸ਼ਿਫਟ ਕਰਤਾ ਇਹਨਾਂ ਨੇ ਆਕਸੀਜਨ ਵਗੈਰਾ ਕੁਝ ਨਹੀਂ ਕੁਛ ਨਹੀਂ ਲੱਗਾ ਵੈਸੇ ਰੱਖਿਆ ਬੈਡ ਨੂੰ ਜਿਹੜਾ ਕਮਰੇ ਜਾਂ ਵਾਰਡ 'ਚ ਸ਼ਿਫਟ ਕਰਨਾ ਸੀਗਾ ਆਈਸੀਯੂ 'ਚ ਕਰਤਾ ਆਈਸੀਯੂ 'ਚ ਰੱਖਿਆ ਉਹਨਾਂ ਨੂੰ ਅੱਛਾ ਅਸੀਂ ਪੈਕੇਜ ਦੇ ਭੁਲੇਖੇ ਰਹੇ ਹਾਂ। ਇਹਨਾਂ ਨੇ ਜਦੋਂ ਆਪਾਂ ਬਿੱਲ ਪੁੱਛਿਆ ਕਿ ਆਪਾਂ ਡਿਸਚਾਰਜ ਵਗੈਰਾ ਛੁੱਟੀ ਦਾ ਨਹੀਂ ਕਿੰਨਾ ਤੇ ਤੁਸੀਂ ਉਹਦਾ ਨਹੀਂ ਪੁੱਛਿਆ ਕਿ ਤੁਸੀਂ ਪੱਥਰੀ ਦਾ ਆਪਰੇਸ਼ਨ ਕਿਦੋਂ ਕਰਨਾ ਆਪਾਂ ਪੱਥਰੀ ਦਾ ਵੀ ਪੁੱਛਿਆ ਸੀਗਾ ਕਹਿੰਦੇ ਪੱਥਰੀ ਨੂੰ ਆਪਾਂ ਹਾਲੀ ਛੇੜਨਾ ਨਹੀਂ ਇਨਫੈਕਸ਼ਨ ਵਗੈਰਾ ਆਪਾਂ ਕਰਤੀ ਹੋਈ ਹੈ ਇਨਫੈਕਸ਼ਨ ਦਾ ਮੇਨ ਇਲਾਜ ਕੀਤਾ ਵਾ ਆਪਾਂ ਅੱਛਾ ਜੀ ਹਾਂਜੀ ਆਇਆ ਆਪਾਂ ਪੱਥਰੀ ਤੇ ਇਲਾਜ ਲਈ ਤਾਂ ਮੇਰੇ ਇਨਫੈਕਸ਼ਨ ਦਾ ਮੇਨ ਇਲਾਜ ਹਾਂਜੀ ਤੇ ਪੱਥਰੀ ਮੇਰੇ ਕੋਲ ਰਿਪੋਰਟ ਹਾਲੇ ਵੀ ਗਈ ਪੱਥਰੀ ਹਾਲੀ ਫਿਰ ਉਹਨਾਂ ਦੇ ਪਿੱਤੇ ਦੇ ਵਿੱਚ ਹਾਲੀ ਹੈਗੀ ਉਹ ਕਹਿੰਦੇ ਬਾਅਦ ਚ ਵੇਖਾਂਗੇ ਉਹਦਾ ਖਰਚਾ ਵੱਖਰਾ ਪਊਗਾ ਉਹਦਾ ਵੱਖਰਾ ਮੇਰੇ ਤੁਹਾਡਾ ਪੈਕੇਜ ਹੋਇਆ ਜਦ 80000 ਦਾ ਹਾਂਜੀ। ਤੇ ਉਹਦੇ 'ਚ ਹੀ ਸਭ ਕੁਝ ਹੋਣਾ ਚਾਹੀਦਾ ਇਨਫੈਕਸ਼ਨ ਉਦੋਂ- ਜੇ ਇਹਨਾਂ ਨੇ ਰਿਪੋਰਟਾਂ ਹਾਂ। ਵੇਖੀਆਂ ਜਾਂ ਰਿਪੋਰਟਾਂ ਕਰਾ ਕੇ ਹੀ ਜਦੋਂ ਅਸੀਂ ਉਹਨਾਂ ਨੇ ਪੇਸ਼ੈਂਟ admit- ਹਾਂ ਜਦੋਂ ਪੇਸ਼ੈਂਟ ਨੂੰ ਦਾਖਲ ਕਰਾਇਆ ਨਾ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ 80000 ਦਾ ਅਰੇਂਜਮੈਂਟ ਕਰੋ ਹੂੰ। 80000 ਦੇ ਵਿੱਚ ਹੀ ਤੁਹਾਡਾ ਮੈਡੀਸਿਨ ਵੀ ਹੋਊਗੀ ਆਪਰੇਸ਼ਨ ਥੀਏਟਰ ਦਾ ਤੁਹਾਡੀ ਖਰਚਾ ਕਿਹੜੀ ਵੀ ਡਾਕਟਰ ਸਾਹਿਬ ਨਾਲ ਗੱਲ ਹੋਈ ਸਾਡੀ ਡਾਕਟਰ ਬੇਦੀ ਨਾਲ ਗੱਲ ਹੋਈ ਸੀ ਪੈਕੇਜ ਦੀ ਪੈਕੇਜ ਦੀ ਤੇ ਹੁਣ ਇਹ ਕੀ ਕਹਿੰਦੇ ਨੇ ਤੁਹਾਨੂੰ ਹੁਣ ਭਾਈ ਇਹਨਾਂ ਨੇ 3.5 ਲੱਖ ਰੁਪਇਆ ਬਿੱਲ ਬਣਾਤਾ ਵੀ ਪੈਸੇ ਪੇ ਕਰੋ 1,04,000 ਤੋਂ ਇਲਾਵਾ 3.5 ਲੱਖ ਰੁਪਏ ਬਿੱਲ ਉਹ ਕਾਹਦਾ ਉਹ ਤੇ ਕਹਿੰਦੇ ਜੀ ਦਵਾਈਆਂ ਬੜੀਆਂ ਲੱਗੀਆਂ ਵਾ ਅੰਕਲ ਜੀ ਬੋਲਿਓ। ਇਹ ਆ ਦੱਸੋ ਸਾਰਾ ਭਾਈ। ਕੁਛ ਇਹਨਾਂ ਨੇ ਇਸਨੇ ਕੀਤਾ ਇਹ ਤੇ ਕਹਿੰਦੇ ਆ ਵੀ ਜਦ ਅਸੀਂ ਵੀ ਛੁੱਟੀ ਦੇ ਤੋਂ ਅਸੀਂ ਮੁੜ ਕੇ ਤੇ ਇਲਾਜ ਕਰਾ ਲਈਏ ਸਰਕਾਰੀ ਲੈ ਜਾਂਦੇ ਤੇ ਕਹਿੰਦੇ 3.5 ਲੱਖ ਰੁਪਇਆ ਪੇ ਕਰੋ ਤੇ ਮਰੀਜ਼ ਆਪਣਾ ਲੈ ਜਾਓ ਪਰਸੋਂ ਮੈਂ ਭਾਈ ਕਿਰਾਇਆ ਦੇਣਾ ਤੇ 3.5 ਲੱਖ ਕਿੱਥੋਂ ਲਿਆਵਾਂਗੇ ਮੈਡੀਸਿਨ ਬੰਦ ਕੀਤੀ ਹੋਈ ਆ ਤੇ ਮੈਂ ਹਾਂਜੀ ਮੈਡੀਸਿਨ ਉਹ ਖਾਲੀ ਕਾਗਜ਼ ਵਾਲੀ ਵੀ ਗੱਲ ਦੱਸ ਦਿਓ। ਮੈਂ ਜਦੋਂ ਅੰਦਰ ਖਾਲੀ ਪੇਪਰ ਵਾਲੀ, ਸਾਈਨ ਵਾਲੀ। ਹੋਰ ਤਰੀਕੇ ਨਾਲ ਬੋਲੇ ਮੈਨੂੰ ਕਹਿੰਦੇ ਮੇਰੇ ਨਾਲ ਨਹੀਂ ਗੱਲ ਕਰਨੀ ਪੈਸੇ ਜਮ੍ਹਾਂ ਕਰਾਓ ਚਲੋ ਬਾਹਰ ਨਿਕਲੋ ਡਾਕਟਰ ਬੜੀ ਬਦਤਮੀਜ਼ੀ ਨਾਲ ਗੱਲ ਕੀਤੀ ਬਦਤਮੀਜ਼ੀ ਨਾਲ ਮੇਰੇ ਨਾਲ ਗੱਲ ਕੀਤੀ ਲੇਡੀਜ਼ ਦੇ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਕੱਲ ਆਪਾਂ ਅੰਦਰ ਗਏ ਆ ਮੈਂ ਤੇ ਮੇਰੇ ਮਾਮਾ ਜੀ ਗਏ ਨਾਲ ਮੇਰੇ ਕੱਲ ਕੀ ਤੁਹਾਡਾ ਮਤਲਬ ਹੋਰ ਫਾਦਰ ਸਾਹਿਬ ਵੀ ਅੰਦਰ ਗਏ ਸੀ ਡਾਕਟਰ ਸਾਹਿਬ ਨਾਲ ਗੱਲ ਕੀਤੀ ਆਪਾਂ ਕਿਹਾ ਸਰ ਸਾਡੇ ਕੋਲ ਸਾਡਾ ਪੈਕੇਜ ਹੋਇਆ 80000 ਦਾ ਉਸ ਤੋਂ ਬਾਅਦ ਅਸੀਂ ਪੈਸਾ ਨਹੀਂ ਪੇ ਕਰ ਸਕਦੇ ਇਹ ਇਹਨਾਂ ਨੇ ਫਿਰ ਮੈਡੀਕਲ ਸਟੋਰ ਵਾਲਿਆਂ ਨੂੰ ਡਾਕਟਰ ਨੂੰ ਆਵਾਜ਼ ਦਿੱਤੀ ਕਹਿੰਦਾ ਇਹਨਾਂ ਦੇ ਕੋਰੀ ਕਾਗਜ਼ ਤੇ ਸਾਈਨ ਕਰਾ ਲਓ ਇਹਨਾਂ ਦੀ ਮਦਰ ਨੂੰ ਕੁਛ ਵੀ ਹੁੰਦਾ ਇਹਨਾਂ ਦੇ ਪੇਟੇ ਪਾ ਦਿਓ ਵਰੁਣ ਭਾਜੀ ਪੇਸ਼ੈਂਟ ਜਿਹੜਾ ਇਹਨਾਂ ਦਾ ਪੇਸ਼ੈਂਟ ਬਿਲਕੁਲ ਠੀਕ ਹੋ ਚੁੱਕਾ ਵਾ ਨਾਰਮਲ ਮਿਲ ਕੇ ਆਇਆ ਮੈਂ ਵੀ ਮਿਲ ਕੇ ਆਇਆ ਉਸ ਤੋਂ ਬਾਅਦ ਜਦੋਂ ਡਾਕਟਰ ਨੂੰ ਪਤਾ ਲੱਗਣਾ ਕਿ ਇਹ ਪੈਸੇ ਪੂਏ ਭਰਨ ਵਾਲੇ ਚੱਕਰ 'ਚ ਨਹੀਂ ਆ ਡਾਕਟਰ ਨੇ ਇਹਨਾਂ ਨੂੰ ਇੰਨੀ ਗੱਲ ਕਹੀ ਕਿ ਮੈਂ ਕਿਤੇ ਗੈਂਗਸਟਰ ਨੂੰ ਐਵੇਂ ਮਹੀਨਾ ਨਹੀਂ ਭਰਦਾ ਹਫਤਾ ਨਹੀਂ ਭਰਦਾ ਮੈਨੂੰ ਐਵੇਂ ਨਾ ਜਾਣਿਓ ਕਿ ਮੈਂ ਇੱਕ ਸਿੰਪਲ ਜਿਹਾ ਡਾਕਟਰ ਆ ਉਸ ਤੋਂ ਬਾਅਦ ਆਪਣੇ ਕਿਸੇ ਉਹਨੂੰ ਬੁਲਾ ਕੇ ਮੁਲਾਜ਼ਮ ਨੂੰ ਉਹਨਾਂ ਨੂੰ ਕਹਿਣ ਦੇ ਕਿ ਇਹਨਾਂ ਦੇ ਖਾਲੀ ਪੇਪਰ ਲਓ ਤੇ ਉਹਦੇ ਸਾਈਨ ਇਹਨਾਂ ਦੇ ਸਾਈਨ ਕਰਵਾ ਲਓ ਕਿ ਕੱਲ ਨੂੰ ਪੇਸ਼ੈਂਟ ਇਹਨਾਂ ਦੇ ਨੂੰ ਕੁਝ ਹੋ ਜੇ ਤੇ ਸਾਡੀ ਜ਼ਿੰਮੇਵਾਰੀ ਨਹੀਂ ਜੀ ਤੁਹਾਡੀ ਮੀਟਿੰਗ ਵਿੱਚ ਡਾਕਟਰ ਬੇਦੀ ਨੂੰ ਹਾਂਜੀ ਆਪਾਂ ਡਾਕਟਰ ਇਹ ਲਫ਼ਜ਼ ਜਿਹੜੇ ਪੇਪਰ ਹਾਂਜੀ। ਵਾਲੇ ਡਾਕਟਰ ਜਤਿੰਦਰ ਮਲਹੋਤਰਾ ਦੇ ਕਿ ਕੋਰੇ ਕਾਗਜ਼ ਤੇ ਕੋਰੇ ਕਾਗਜ਼ ਤੇ ਸਾਈਨ ਕਰਾ ਲਓ ਪੇਸ਼ੈਂਟ ਨੂੰ ਕੁਝ ਕੁਛ ਹੋ ਹੋ ਜੇ ਆ ਇਹਨਾਂ ਦਾ ਦਫ਼ਤਰ ਹੈ ਜਤਿੰਦਰ ਮਲਹੋਤਰਾ ਲਿਖਿਆ ਸਾਹਮਣੇ ਜਿਹੜਾ ਮੇਨ ਐਮਡੀ ਹੈਗਾ ਵਾ।
ਨਹੀਂ ਤੇ ਹੁਣ ਆਪਾਂ ਡਾਕਟਰ ਬੇਦੀ ਨੂੰ ਮਿਲੀਏ ਪਹਿਲਾਂ ਉਹ ਕਿੱਥੇ ਆ ਆਓ ਨਾ ਡਾਕਟਰ ਬੇਦੀ ਤੋਂ ਜੀ ਹਾਂਜੀ ਹੌਸਲੇ ਤੋਂ ਮੈਂ ਤੇ ਐਜ਼ ਅ ਐਡਮਿਨਿਸਟ੍ਰੇਟਰ ਇਹਨਾਂ ਨੂੰ ਪਛਾਣਦੇ ਆਪਾਂ ਮੇਰੀ ਸਰ ਇਹਨਾਂ ਦਾ ਪੇਸ਼ੈਂਟ ਆ ਪੇਸ਼ੈਂਟ ਦੇ ਅਟੈਂਡੈਂਟ ਨੇ ਹਾਂਜੀ ਇਹਨਾਂ ਦੇ ਪੇਸ਼ੈਂਟ ਦੇ ਵੀਨਾ ਨਾਲ ਬੈਠੋ ਤੁਸੀਂ ਬੈਠੇ ਵੀਨਾ ਨਾਲ ਦਾ ਪੇਸ਼ੈਂਟ ਰੀਨਾ ਰੀਨਾ ਇਹ ਤੁਹਾਡੇ ਕੋਲ 14 ਤਰੀਕ ਨੂੰ ਲੈ ਕੇ ਆਉਂਦੇ ਨੇ ਠੀਕ ਹੈ ਠੀਕ ਹੈ ਜਿੱਥੇ ਆਪਾਂ ਗਲਤ ਹੋਵਾਂਗੇ ਬੋਲ ਦਿਓ ਇਹ ਦੋ ਰਿਪੋਰਟਾਂ ਲੈ ਕੇ ਆਉਂਦੇ ਨੇ ਸੀਟੀ ਸਕੈਨ ਤੇ ਅਲਟਰਾਸਾਊਂਡ ਠੀਕ ਹੈ ਤੁਹਾਨੂੰ ਦਿਖਾਉਂਦੇ ਨੇ ਕਿ ਸਰ ਇਹ ਸਾਡੇ ਮਰੀਜ਼ ਦੀਆਂ ਰਿਪੋਰਟਾਂ ਨੇ ਅਸੀਂ ਇਲਾਜ ਕਰਾਂਗੇ ਤੁਹਾਡਾ ਹਸਪੀਟਲ ਕਹਿੰਦਾ ਹੈ ਕਿ ਦੋਵੇਂ ਰਿਪੋਰਟਾਂ ਆਪਸ ਵਿੱਚ ਮੈਚ ਨਹੀਂ ਕਰਦੀਆਂ ਅਸੀਂ ਆਪਣੇ ਹਸਪੀਟਲ ਤੋਂ ਟੈਸਟ ਕਰਾਂਗੇ ਠੀਕ ਹੈ ਜੀ ਤੁਹਾਡੇ ਹਸਪੀਟਲ ਤੋਂ ਇੱਕ ਟੈਸਟ ਹੁੰਦਾ ਸੀਟੀ ਸਕੈਨ ਉਹਦੇ ਚ ਆਉਂਦੀ ਆ 34 mm ਦੀ ਪੱਥਰੀ ਪਿੱਤੇ ਚ ਪਲੱਸ ਇਨਫੈਕਸ਼ਨ ਤੁਹਾਡੇ ਨਾਲ ਇਹਨਾਂ ਦੀ ਬਿੱਲ ਦੀ ਗੱਲ ਹੁੰਦੀ 80,000 ਦੇ ਪੈਕੇਜ ਆਪਰੇਸ਼ਨ 80,000 ਦਾ ਆਪਰੇਸ਼ਨ ਪੈਕੇਜ ਸਰਜਰੀ ਪੈਕੇਜ ਬੇਦੀ ਤੁਹਾਡਾ ਨਾ ਤੁਹਾਡੀ ਰਿਕਾਰਡਿੰਗ ਆ ਸਾਡੇ ਕੋਲ ਠੀਕ ਹੈ ਤੁਹਾਡੀ ਫੋਨ ਰਿਕਾਰਡਿੰਗ ਆ ਦੇਖੋ ਪਤਾ ਕੀ ਦੇਖੋ ਆਪਾਂ ਮੁੱਕਰੀਏ ਨਾ ਨਹੀਂ ਮੇਰੀ ਗੱਲ ਦੇਖੋ ਸਰ ਦੇਖੋ ਪਤਾ ਕੀ ਗੱਲ ਆ ਮੈਂ ਇੱਕ ਛੋਟਾ ਜਿਹਾ ਸਮਾਜ ਸੇਵਕ ਆ ਮੈਂ ਦੇਖੋ ਮੈਂ ਤੁਹਾਡੇ ਲੈਵਲ ਦਾ ਵੀ ਨਹੀਂ ਹੋ ਸਕਦਾ ਠੀਕ ਆ ਨਾ ਮੈਂ ਇੱਕ ਆਮ ਇਨਸਾਨ ਆ ਆਪਾਂ ਸੱਚ ਬੋਲੀਏ ਝੂਠ ਬੋਲ Recording ਹੈਗੀ ਮੈਂ ਸੁਣਾਵਾਂਗਾ ਤੁਹਾਨੂੰ ਸਾਰਿਆਂ ਨੂੰ ਸੁਣਾਵਾਂਗਾ ਪਬਲਿਕ ਨੂੰ ਵੀ ਸੁਣਾਵਾਂਗਾ ਉਹ ਰਿਕਾਰਡਿੰਗ 80,000 ਦਾ ਪੈਕੇਜ ਹੁੰਦਾ ਤੁਹਾਡੇ ਨਾਲ ਬੇਦੀ ਤੁਹਾਡਾ ਹੀ ਨਾਮ ਹੈ ਠੀਕ ਹੈ 80,000 ਦਾ ਪੈਕੇਜ ਹੋਣ ਤੋਂ ਬਾਅਦ ਇਹਨਾਂ ਦੀ ਪਿੱਤੇ ਦੀ ਪੱਥਰੀ ਦਾ ਇਲਾਜ ਹੋਣਾ ਸ਼ੁਰੂ ਹੋ ਜਾਂਦਾ 3 ਦਿਨ ਤੁਸੀਂ ਇਹਨਾਂ ਨੂੰ ਪਹਿਲਾਂ ਆਈਸੀਯੂ 'ਚ ਰੱਖਦੇ ਹੋ ਉਸ ਤੋਂ ਬਾਅਦ ਤੁਸੀਂ ਆਪਰੇਟ ਕਰਦੇ ਹੋ ਜੀ ਆਪਾਂ ਇਨਫੈਕਸ਼ਨ ਦਾ ਆਪਰੇਟ ਕੀਤਾ ਇਨਫੈਕਸ਼ਨ ਸੀਗੀ ਆਪਾਂ ਉਹਦਾ ਦੂਰਬੀਨ ਵਾਲਾ ਆਪਰੇਟ ਕੀਤਾ ਇਹ 60,000 ਰੁਪਇਆ ਰਿਸੈਪਸ਼ਨ ਦੇ ਪਹਿਲਾਂ ਜਮ੍ਹਾਂ ਕਰਾਉਂਦੇ ਨੇ ਆਪਰੇਟ ਟਾਈਮ ਤੇ ਕੈਮਿਸਟ ਇਹਨਾਂ ਕੋ 39,000 ਰੁਪਇਆ ਫੇਰ ਮੰਗਦਾ ਇਹਨਾਂ ਦੀ ਤੁਹਾਡੇ ਨਾਲ ਫੋਨ ਤੇ ਉਸ ਟਾਈਮ ਗੱਲ ਹੁੰਦੀ ਆ ਕਿ ਬੇਦੀ ਸਰ ਤੁਹਾਡਾ 80,000 ਚ ਪੈਕੇਜ ਹੋਇਆ ਇਹ ਪੈਸੇ ਕਾਹਦੇ ਮੰਗ ਰਿਹਾ ਤੁਸੀਂ ਅੱਗੋਂ ਕਹਿ ਰਹੇ ਹੋ ਕਿ ਪੈਕੇਜ ਸਾਡਾ 80,000 ਦਾ ਹੀ ਹੋਇਆ ਆਪਰੇਸ਼ਨ ਦਾ ਨਾ ਜੀ, ਮੈਂ ਤੁਹਾਨੂੰ ਸੁਣਾਵਾਂਗਾ ਰਿਕਾਰਡਿੰਗ ਤੁਹਾਨੂੰ ਰਿਕਾਰਡਿੰਗ ਸੁਣਾ ਕੇ ਜਾਵਾਂਗੇ ਤੁਹਾਡਾ 80,000 ਦਾ ਪੈਕੇਜ ਹੋਇਆ ਬਟ ਇਹ ਜਿਹੜੇ ਪੈਸੇ ਨੇ ਦਵਾਈਆਂ ਦੇ ਜਿਹੜੇ ਆਪਰੇਟ ਟਾਈਮ ਤੇ ਲੱਗਣੇ ਇਹ ਉਹਦਾ ਪੈਸੇ ਮੰਗ ਰਿਹਾ ਇਹਨਾਂ ਨੂੰ ਵਿਚਾਰਿਆਂ ਨੂੰ ਸਮਝ ਹੋਣੀ ਕਿ ਇਹਨਾਂ ਨੇ ਫੇਰ ਕਿਹਾ ਕਿ ਚਲੋ ਸ਼ਾਇਦ ਇਹ ਲੱਗਣੇ ਹੋਣਗੇ ਬਟ ਅਸੂਲਾਂ ਦੇ ਜੇ ਪੈਕੇਜ ਹੋਇਆ ਹੋਵੇ ਇਹਨਾਂ ਆਪਾਂ ਮੰਨਦੇ ਹਾਂ ਨਹੀਂ ਉਹ ਤੁਹਾਡੀ ਗੱਲ ਆ ਨਾ ਨਹੀਂ ਹੋਇਆ ਮੈਂ ਤੁਹਾਨੂੰ ਕਹਿ ਰਿਹਾ ਅਸੂਲਨ ਜੇ ਪੈਕੇਜ ਹੋਇਆ ਹੋਵੇ ਤੇ ਇਹਨਾਂ ਦਾ ਕੋਈ ਪੈਸਾ ਦੇਣਾ ਪੈਂਦਾ ਕੈਮਿਸਟ ਸ਼ਾਪ ਤੇ ਜੇ ਤੁਹਾਡੇ ਹਿਸਾਬ ਨਾਲ ਚੱਲੀਏ ਤੇ ਤੁਹਾਡੇ ਹਿਸਾਬ ਨਾਲ ਚੱਲੀਏ ਮੈਂ ਸਰ ਤੁਹਾਨੂੰ ਇੱਕੋ ਕੁਐਸਚਨ ਪੁੱਟ ਕੀਤਾ ਹੈ ਜੇ ਪੈਕੇਜ ਹੋਇਆ ਹੋਵੇ ਜੇ ਕੰਪਲੀਟ ਪੈਕੇਜ ਹੋਇਆ ਹੋਵੇ ਪੇਸ਼ੈਂਟ ਸਾਡੇ ਨਾਲ ਪਹਿਲਾਂ ਗੱਲ ਕਰ ਲੈਂਦਾ ਅਸੀਂ ਵੀ ਦੱਸ ਸਰ ਮੇਰੀ ਗੱਲ ਸੁਣੋ ਸਰ ਮੇਰੀ ਬੇਨਤੀ ਸੁਣੋ ਪੈਕੇਜ ਤੋਂ ਪਹਿਲਾਂ ਮੇਰੀ ਬੇਨਤੀ ਸੁਣ ਲਓ ਫਿਰ ਤੁਸੀਂ ਆਪਣੀ ਬੋਲਿਓ ਤੁਹਾਡੀ ਵੀ ਸੁਣਾਂਗਾ ਜੇ ਮੈਂ ਤੁਹਾਡੇ ਕੋਲ ਕਿਸੇ ਚੀਜ਼ ਦਾ ਇਲਾਜ ਕਰਨ ਆਣਾ ਮੈਂ ਤੁਹਾਡੇ ਨਾਲ ਪੈਕੇਜ ਕਰ ਹੀ ਲੈਣਾ ਉਹਦੇ ਮੈਂ ਪੈਸੇ ਪੇ ਕਰਨ ਦੇ ਹੱਕਦਾਰ ਤਾਂ ਨਹੀਂ ਭਾਜੀ ਮੋਬਾਈਲ ਦਾ ਕੀ ਕਰ ਰਹੇ ਆਪਾਂ ਨਹੀਂ ਰਿਕਾਰਡਿੰਗ ਕਰ ਰਿਹਾ ਭਾਜੀ ਐਨਜੀਓ ਆਪਣੀ ਪ੍ਰੋਪਰ ਫਿਰ ਤੁਸੀਂ ਇਸ ਤਰ੍ਹਾਂ ਕਰੋ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਬੇਨਤੀ ਸੁਣੋ ਮੈਂ ਤੁਹਾਡੀ ਰਿਕਾਰਡਿੰਗ ਤੁਹਾਨੂੰ ਸੁਣਾ ਦਾ ਜਵਾਬ ਨਹੀਂ ਦਿਆਂਗਾ ਇਦਾਂ ਹਾਂ ਤੁਸੀਂ ਕਿਉਂ ਨਹੀਂ ਦੋਗੇ ਜੀ ਜਾਂ ਤੇ ਉਹਨੂੰ ਬੰਦ ਕਰੋ ਤੇ ਜਾਂ ਮੇਰੇ ਨਾਲ ਗੱਲ ਭਾਈ ਆਪਾਂ ਗਲਤ ਇਹ ਡਾਕਟਰ ਬੇਦੀ ਨੇ ਜੀ ਇਹਨਾਂ ਦਾ ਕਹਿਣਾ ਕਿ ਤੁਸੀਂ ਔਨ ਰਿਕਾਰਡ ਗੱਲ ਕਰ ਰਹੇ ਹੋ ਮੈਂ ਤੁਹਾਡੇ ਨਾਲ ਕੋਈ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਠੀਕ ਹੈ ਜੀ ਤੁਸੀਂ ਆਪਣਾ ਕੰਮ ਠੀਕ ਹੈ ਜੀ। ਕਰੋ, ਆਪਣੇ ਕੰਮ ਕਰੋ। ਇਹ ਦੇਖ ਲਓ ਇਹ ਉੱਠ ਕੇ ਆਪ ਬਾਹਰ ਚੱਲੇ ਨੇ ਮੈਂ ਚੱਲ ਰਿਹਾ ਤਾਂ ਕਿਉਂਕਿ ਅਸੀਂ ਦੇਖੋ ਕੈਮਰੇ ਤੁਸੀਂ ਕਿਸੇ ਦੀ ਗੱਲ ਸੁਣ ਕੇ ਐਗਰੀ ਨਹੀਂ ਅਸੀਂ ਗੱਲ ਤੁਹਾਡੇ ਨਾਲ ਕਰ ਰਹੇ ਹਾਂ ਅਸੀਂ ਤੁਸੀਂ ਕੈਮਰੇ ਤੇ ਬੜੇ ਪੁਆਇੰਟ ਤੋਂ ਮੈਂ ਨਹੀਂ ਤੁਸੀਂ ਦੱਸੋ ਸਾਨੂੰ ਸਰ ਅਸੀਂ ਤਾਂ ਤੁਹਾਡੀ ਗੱਲ ਬੇਦੀ ਸਾਹਿਬ ਇੱਧਰ ਗੱਲ ਤਾਂ ਸੁਣੋ ਦੇਖੋ ਅਸੀਂ ਇਹਨਾਂ ਨਾਲ ਗੱਲ ਕੀਤੀ ਕਿ ਸਾਨੂੰ ਦੱਸਿਆ ਜਾਵੇ ਕਿ ਕਿੱਦਾਂ ਪੈਸੇ ਬਣਾ ਰਹੇ ਹੋ ਉਹ ਆਪਣਾ ਕੈਬਿਨ ਛੱਡ ਕੇ ਚਲੇ ਗਏ ਨੇ ਬਾਹਰ ਕਿ ਆਪਾਂ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ ਹਾਂਜੀ ਜਤਿੰਦਰ ਸਰ ਮੈਂ ਵਰੁਣ ਸਿੰਘ ਬੋਲ ਰਿਹਾ ਤੁਹਾਡੇ ਨਾਲ ਇੱਕ ਪੇਸ਼ੈਂਟ ਸਾਡੇ ਤੇ ਤੁਹਾਡੇ ਹਸਪੀਟਲ ਰੀਨਾ ਨਾਮ ਦਾ ਰੀਨਾ ਨਾਮ ਦਾ ਸਰ ਉਹ ਤੁਹਾਡੇ ਕੋਲ ਇਲਾਜ ਕਰਾਉਣ ਆਏ 14 ਤਰੀਕ ਨੂੰ ਅਲਟਰਾਸਾਊਂਡ ਤੇ ਸੀਟੀ ਸਕੈਨ ਦੀ ਲੈ ਕੇ ਰਿਪੋਰਟ ਤੁਸੀਂ ਉਹਨਾਂ ਦਾ ਸੀਟੀ ਸਕੈਨ ਕਿਹਾ ਕਿ ਆਪਾਂ ਆਪਣੇ ਹਸਪੀਟਲ ਤੋਂ ਕਰਾਉਣਾ ਹੈ ਉਹਨਾਂ ਨੇ ਉਹ ਵੀ ਕਰਵਾ ਦਿੱਤਾ ਰਿਪੋਰਟ ਵੇਖਣ ਤੋਂ ਬਾਅਦ ਇਹਨਾਂ ਦੇ ਇੱਥੇ ਬੇਦੀ ਸਾਹਿਬ ਨੇ ਜਿਹੜੇ ਤੁਹਾਡੇ ਉਹਨਾਂ ਦਾ 80,000 ਦਾ ਪੈਕੇਜ ਹੁੰਦਾ ਠੀਕ ਹੈ ਸਰ 80,000 ਦਾ ਪੈਕੇਜ ਹੁੰਦਾ ਉਹ 60,000 ਰੁਪਇਆ ਤੁਹਾਡੇ ਰਿਸੈਪਸ਼ਨ ਤੇ ਜਮ੍ਹਾਂ ਕਰਾਉਂਦੇ ਨੇ ਹਾਂਜੀ ਉਸ ਤੋਂ ਬਾਅਦ ਆਪਰੇਸ਼ਨ ਟਾਈਮ ਤੇ ਕੈਮਿਸਟ ਸ਼ਾਪ ਵਾਲੇ ਉਹਨਾਂ ਕੋਲ ਪੈਸੇ ਮੰਗਦੇ ਨੇ ਹਾਂਜੀ 39,000 ਰੁਪਇਆ ਹਾਂਜੀ ਇਹ ਜਿਹੜੇ ਇੱਥੇ ਇਹਨਾਂ ਦੇ ਪੇਸ਼ੈਂਟ ਦੇ ਨਾਲ ਘਰ ਦੇ ਹੁੰਦੇ ਨੇ ਉਹਨਾਂ ਨੇ ਬੇਦੀ ਸਰ ਨੂੰ ਫੋਨ ਕੀਤਾ ਕਿ ਸਰ ਅਸੀਂ ਤੁਹਾਡੇ ਨਾਲ 80,000 ਦਾ ਪੈਕੇਜ ਕੀਤਾ ਹੈ ਤੇ ਕੈਮਿਸਟ ਸ਼ਾਪ ਵਾਲੇ ਸਾਡੇ ਕੋਲ 39,000 ਰੁਪਇਆ ਹੋਰ ਮੰਗਦੇ ਨੇ
ਬੇਦੀ ਸਾਹਿਬ ਔਰ ਔਨ ਰਿਕਾਰਡਿੰਗ ਤੇ ਇਹ ਚੀਜ਼ ਮੰਨਦੇ ਨੇ ਕਿ ਹਾਂਜੀ ਤੁਹਾਡਾ ਪੈਕੇਜ ਹੋਇਆ, ਬਟ ਆਪਰੇਸ਼ਨ ਟਾਈਮ ਜਿਹੜਾ ਮਾੜਾ ਮੋਟਾ ਸਮਾਨ ਆਣਾ ਵਾ ਉਹਦੇ ਪੈਸੇ ਦੇਣੇ ਪੈਣੇ ਆ। ਇਹਨਾਂ ਨੇ ਸਰ ਉਹ 39000 ਰੁਪਇਆ ਵੀ ਜਮ੍ਹਾਂ ਕਰਾਤਾ। ਠੀਕ ਹੈ ਸਰ। ਅੱਜ ਉਸ ਤੋਂ ਬਾਅਦ ਇਹਨਾਂ ਨੂੰ ਆਈਸੀਯੂ 'ਚ ਰੱਖਿਆ ਜਾਂਦਾ। ਅੱਜ 10 ਦਿਨ ਹੋ ਗਏ ਨੇ, ਪੱਥਰੀ ਦਾ ਆਪਰੇਸ਼ਨ ਕੀਤਾ ਨਹੀਂ ਜਾਂਦਾ ਹਾਲੇ ਤੱਕ, ਬਟ ਇਹਨਾਂ ਦਾ 3.5 ਲੱਖ ਰੁਪਇਆ ਹੋਰ ਪੈਂਡਿੰਗ ਕੀਤਾ ਜਾ ਰਿਹਾ ਸਰ। ਉਹ ਸਰ ਆਪਾਂ ਦੱਸ ਸਕਦੇ ਹਾਂ ਉਹ ਕਿਸ ਕਾਹਦਾ ਹੈਗਾ ਜੀ ਉਹ ਪੈਸਾ। ਆਪਾਂ ਕੱਲ ਮਿਲ ਲਾਂਗੇ ਯਾਰ, ਮੈਂ ਆਊਟ ਆਫ ਸਟੇਸ਼ਨ ਹੈਗਾ। ਸਰ ਆਪਾਂ ਅੱਜ ਆਏ ਆ ਸਪੈਸ਼ਲ ਪੇਸ਼ੈਂਟ ਨੂੰ ਲੈਣ ਆਏ ਆ। ਪੇਸ਼ੈਂਟ ਸਾਡਾ ਸਹੀ ਆ, ਆਈਸੀਯੂ 'ਚ 10 ਦਿਨਾਂ ਦਾ ਤੁਸੀਂ ਰੱਖਿਆ ਹੋਇਆ, ਸਾਨੂੰ ਪਤਾ ਤੇ ਲੱਗੇ। ਸਾਰਾ ਕੁਝ ਦੱਸਾਂਗੇ, ਮੈਂ ਮੀਟਿੰਗ 'ਚ ਕੱਲ ਗੱਲ ਕਰਾਂਗੇ। ਤੇ ਸਰ ਅੱਜ ਦੱਸ ਦਿਓ, ਅੱਜ ਅਸੀਂ ਆਏ ਆਪਾਂ ਪੇਸ਼ੈਂਟ ਡਿਸਚਾਰਜ ਕਰਵਾਉਣਾ ਹੈ, ਸਾਨੂੰ ਦੱਸੋ ਤੇ ਸਹੀ। ਕੱਲ ਗੱਲ ਕਰਾਂਗੇ। ਨਹੀਂ ਤਾਂ ਸਰ ਲੈ ਸਰ ਇਹ ਕੋਈ ਰੀਜ਼ਨ ਹੋਇਆ? ਤੁਸੀਂ ਇੱਕ ਚੰਗੇ ਭਲੇ ਡਾਕਟਰ ਹੋ ਹਾਂਜੀ ਝਗੜਾ ਨਾ ਕਰੋ। ਨਹੀਂ ਸਰ ਮੈਂ ਕੋਈ ਝਗੜਾ ਕਰਨਾ, ਮੈਂ ਤਾਂ ਬੜਾ ਰਿਸਪੈਕਟਲੀ ਤੁਹਾਡੇ ਨਾਲ ਗੱਲ ਕਰ ਰਿਹਾ। ਕੁਝ ਨਹੀਂ ਹੁੰਦਾ, ਇੱਕ ਦਿਨ ਨਾਲ ਕਿਹਾ ਜੀ ਉਹਦੀ ਟ੍ਰੇਨ ਕੱਢਣੀ ਹੈ, ਆਪਾਂ ਟ੍ਰੇਨ ਪਈ ਹੋਈ ਹੈ, ਕੱਲ ਕੱਢਾਂਗੇ। ਤੇ ਸਰ ਪੈਸੇ ਤੇ ਦੱਸੋ ਉਹਨਾਂ ਨੂੰ ਵਿਚਾਰਿਆਂ ਨੂੰ। ਨਹੀਂ ਸਰ ਪੈਸੇ ਨਾ ਦੇਣ ਵਾਲਾ ਤਾਂ ਕੋਈ ਕੰਮ ਨਾ ਆਇਆ ਸਰ। ਉਹਨਾਂ ਨੇ ਅੱਜ ਵੱਲੋਂ ਕਿਹਾ ਹੈ। ਠੀਕ ਹੈ ਨਾ, ਉਹਨਾਂ ਨੇ ਵਿਚਾਰਿਆਂ ਨੇ ਅੱਜ ਲੈਣ ਆਏ ਨੇ, ਉਹ ਤੇ ਤੁਸੀਂ ਇਦਾਂ ਕਹਿ ਰਹੇ ਕੱਲ ਆਓ। ਕੱਲ ਕਰਾਂਗੇ ਯਾਰ। ਮੈਂ ਸਰ ਪੇਸ਼ੈਂਟ ਠੀਕ ਹੋ ਗਿਆ ਹੋਵੇ ਤੇ ਇਹ ਕਿੱਥੇ ਲਿਖਿਆ ਸੰਡੇ ਨੂੰ ਤੁਸੀਂ ਡਿਸਚਾਰਜ ਨਹੀਂ ਦੋਗੇ ਉਹਨੂੰ? ਤੁਸੀਂ ਲੜਨ ਵਾਲੀ ਗੱਲ ਕਰ। ਸਰ ਮੈਂ ਤਾਂ ਸਰ ਮੈਂ ਤਾਂ ਬੜਾ ਸਮਾਈਲੀ ਫੇਸ ਨਾਲ ਤੁਹਾਡੇ ਨਾਲ ਹੱਸ ਕੇ ਪਿਆਰ ਨਾਲ ਗੱਲ ਕਰ ਰਿਹਾ, ਮੈਂ ਕਿਉਂ ਤੁਹਾਡੇ ਨਾਲ ਲੜਾਂਗਾ ਜੀ? ਕੱਲ ਸਵੇਰੇ ਇਹ ਤੇ ਤੁਸੀਂ ਜਿੱਦ ਬਣਾ ਕੇ ਬੈਠੇ ਕਿ ਸਵੇਰੇ ਆਓ ਮੇਰੇ ਨਾਲ ਗੱਲ ਕਰੋ। ਜੇ ਆਪਾਂ ਗਲਤ ਆ ਤੇ ਸਾਨੂੰ ਦੱਸੋ ਜੀ, ਸਾਡਾ ਪੈਕੇਜ ਨਹੀਂ ਹੋਇਆ, ਆਪਾਂ ਤੁਹਾਨੂੰ ਬੇਦੀ ਸਰ ਦੀ ਰਿਕਾਰਡਿੰਗ ਦੇ ਦਿੰਦੇ ਆ। ਸਾਡਾ ਪੇਸ਼ੈਂਟ ਡਿਸਚਾਰਜ ਕਰ ਦਿਓ, ਅਸੀਂ ਲੈ ਕੇ ਜਾਈਏ, ਅਸੀਂ ਕਿਤੋਂ ਹੋਰ ਕਰਾ ਲਾਂਗੇ ਸਰ ਪੱਥਰੀ ਦਾ ਆਪਰੇਸ਼ਨ ਉਹਨਾਂ ਦਾ। ਅਸੀਂ ਇੱਥੇ ਆ ਕੇ ਪਛਤਾ ਰਹੇ ਨੇ ਸਰ। ਕੱਲ ਗੱਲ ਕਰ ਲਾਂਗੇ, ਪੇਸ਼ੈਂਟ ਡਿਸਚਾਰਜ ਕਰ ਦਈਏ ਆਪਾਂ। ਤੁਸੀਂ ਫालतू ਗੱਲ ਕਰ ਰਹੇ ਹੋ, ਨਹੀਂ ਹੋ ਸਕਦਾ ਪੇਸ਼ੈਂਟ ਦਾ। ਸਰ ਰੀਜ਼ਨ ਦੱਸਿਆ ਜਾਵੇ ਆਪਾਂ ਨੂੰ ਪੇਸ਼ੈਂਟ ਕਿਉਂ। ਮੈਂ ਜਲੰਧਰ ਹੈਗਾ, ਮੈਂ ਵਾਪਸ ਆਣਾ ਫਿਰ ਗੱਲ ਕਰਾਂਗੇ। ਸਰ ਆਪਾਂ ਹੁਣ ਆਏ, ਆਪਾਂ ਕਿਦੋਂ ਤੱਕ ਵੇਟ ਕਰਾਂਗੇ? ਤੁਸੀਂ ਡਿਸਚਾਰਜ ਉਹਨਾਂ ਨੂੰ ਕਹਿ ਦਿਓ ਡਿਸਚਾਰਜ ਕਰ ਦੇਣ। ਜੇ ਉਹ ਨਹੀਂ ਪਹੁੰਚਣਾ, ਕਿਹੜੀ ਗੱਲੋਂ ਸਰ ਸਾਨੂੰ ਰੀਜ਼ਨ ਹੋਈ ਤੇ ਪੁੱਛਣੇ ਤੁਹਾਡੇ ਕੋਲ। ਫਿਰ ਕੱਲ ਸ਼ਾਮ ਨੂੰ ਗੱਲ ਕਰਾਂਗੇ। ਉਹ ਸਰ ਗੱਲ ਕੀ ਕਰਨੀ, ਗੱਲ ਹੁਣ ਵੀ ਹੋ ਰਹੀ ਹੈ, ਤੁਸੀਂ ਮੈਨੂੰ ਰੀਜ਼ਨ ਦੱਸ ਦਿਓ, ਮੈਂ ਵੀ ਸੈਟੀਸਫਾਈ ਹੋਵਾਂ। ਜ਼ਰੂਰੀ ਹੈ ਤੁਸੀਂ ਆਏ ਹੋਏ ਦਾ ਮਤਲਬ ਹੈ ਇਹ ਕਿ ਮੈਂ ਉਹਨੇ ਗੱਲ ਕਰਾਂ। ਉਹ ਸਰ ਰੀਜ਼ਨ ਦੱਸ ਦਿਓ ਨਾ, ਆਪਾਂ ਵੀ ਤੁਹਾਡੇ ਨਾਲ ਸਾਰੀ ਗੱਲ ਡਿਸਕਸ ਕੀਤੀ, ਤੁਸੀਂ ਸਾਨੂੰ ਰੀਜ਼ਨ ਦੱਸ ਦਿਓ। ਸ਼ੋਰਟਲੀ ਸਾਨੂੰ ਰੀਜ਼ਨ ਦੱਸੋ ਕਿ ਠੀਕ ਆ ਜੀ। कितनी में याद सुन लो। ਹਾਂਜੀ ਸੁਣਨ ਨੇ ਸਰ। पेशेंट सेप्सिस हैगा सी ਹਾਂਜੀ और जो इन्हों मेडिकेशन लगी है रोज रोज इन्हों नाल लिखत पढ़त साइन करा के सारी दवाई चली है। ਸਰ ਆਪਣੇ ਕੋਲ ਬੇਦੀ ਸਰ ਦੀ ਰਿਕਾਰਡਿੰਗ ਹੈ ਜਿਹਦੇ ਚ ਉਹਨਾਂ ਨੇ ਕਿਹਾ 80000 ਦਾ ਪੈਕੇਜ ਹੋਇਆ। 80,000 का पैकेज प्रोसीजर तो है बहुत, बाकी सारा पैकेज। अच्छा मेरी गल ਹਾਂਜੀ शायद पढ़े लिखे लग रहे हैं। ਹਾਂਜੀ 80,000 के पैकेज 1.5 लाख रुपए की दवाई दे देंगे। ਸਰ ਉਹ ਤੁਸੀਂ ਦੇਖਣਾ ਨਾ, ਤੁਸੀਂ ਤੇ ਪੇਸ਼ੈਂਟ ਦੇ ਘਰ ਦੇ ਨੂੰ ਇਹੋ ਕਹੋਗੇ 80000 ਦਾ ਪੈਕੇਜ, ਉਹ ਤੇ ਦੇ ਦੇਣ, ਉਹ ਤੇ ਕਰ ਲੈਣਾ ਉਹਨਾਂ ਨੇ ਪੈਕੇਜ। ਭਾਵੇਂ ਉਹਦੇ ਚ 5 ਲੱਖ ਦੀ ਦਵਾਈ ਲੱਗਦੀ ਹੋਵੇ, ਤੁਸੀਂ ਪਹਿਲਾਂ ਕਲੀਅਰ ਕਰੋ ਕਿ 80000 ਦਾ ਪੈਕੇਜ ਸਿਰਫ ਇਸ ਚੀਜ਼ ਦਾ, ਦਵਾਈਆਂ ਦਾ ਅਲੱਗ ਹੈਗਾ। ਬੇਦੀ ਸਰ ਦੀ ਰਿਕਾਰਡਿੰਗ ਹੈ ਸਰ, ਮੇਰੇ ਕੋਲ ਬੇਦੀ ਸਰ ਦੀ ਰਿਕਾਰਡਿੰਗ ਹੈ ਮੇਰੇ ਕੋਲ ਫੋਨ ਤੇ। मैं ही तो कह रहा बॉस, मैं तो ना लड़ तो नहीं रहा। ਉਹਨੇ ਨਹੀਂ ਸਰ ਲੜਨ ਤੇ ਮੈਂ ਵੀ ਨਹੀਂ। गोली बच चली है ਉਹ ਸਰ ਤੁਸੀਂ ਡਾਕਟਰ ਹੋ, ਕਿਉਂ ਗੋਲੀਆਂ ਵਾਲੀਆਂ ਗੱਲਾਂ ਕਰਦੇ ਜੇ? अब फिर ਇਹੋ ਜਿਹੀ ਗੱਲਾਂ। की बच चला है। ਉਹ ਸਰ ਵੱਜ ਕੀ ਚੱਲਾ, ਹੁਣ ਆਪਾਂ ਆਏ ਹੋਏ ਹਾਂ, ਸਾਨੂੰ ਵੀ ਪਤਾ ਲੱਗੇ ਕੀ ਸੱਚ। ਕੋਈ ਗੱਲ ਨਹੀਂ, ਆਏ ਹੋਏ ਹੋ ਫਿਰ ਕੀ ਹੋਇਆ? ਸਿਰ ਮੱਥੇ ਤੇ ਯਾਰ ਤੁਸੀਂ ਆਏ ਹੋ। ਤੇ ਸਰ ਆਪਾਂ ਪੇਸ਼ੈਂਟ ਡਿਸਚਾਰਜ ਕਰ ਦਈਏ, ਆਪਾਂ ਦੁਬਾਰਾ ਫੇਰ ਆ ਜਾਾਂਗੇ ਤੁਹਾਡੇ ਨਾਲ ਗੱਲ ਕਰਨ। ਨਹੀਂ ਇਸ ਤਰ੍ਹਾਂ ਨਹੀਂ ਹੋਣਾ। ਰੀਜ਼ਨ ਸਰ, ਰੀਜ਼ਨ ਹੀ ਪੁੱਛਣਾ, ਰੀਜ਼ਨ ਹੀ ਨਹੀਂ। ਨਹੀਂ ਹੈ ਕਿ ਮੈਂ ਹੁਣੇ ਤੁਸੀਂ ਸਾਨੂੰ ਕੀ ਕਿਹਾ, ਤੁਸੀਂ ਪੈਸੇ ਨਾ ਵੀ ਦੋਗੇ ਕੋਈ ਗੱਲ ਨਹੀਂ, ਤਾਂ ਹੁਣ ਤੁਸੀਂ ਕਹਿ ਰਹੇ ਡਿਸਚਾਰਜ ਨਹੀਂ ਮੈਂ। ਕੱਲ ਹੀ ਡਿਸਚਾਰਜ ਹੋਣਾ। ਹਾਂਜੀ ਡਿਸਚਾਰਜ ਕੱਲ ਹੋਣਾ। ਅੱਛਾ, ਤੇ ਪੈਸੇ ਆਪਾਂ ਕੀ ਕਰਨੇ ਆ ਜੀ? ਕੋਈ ਗੱਲ ਨਹੀਂ, ਮੈਂ ਕਰ ਲਾਂਗਾ ਫਿਰ। ਨਹੀਂ ਦੱਸੋ ਸਰ, ਆਪਾਂ ਗੱਲ ਕਰਨੇ ਤੁਹਾਡੇ ਨਾਲ। ਯਾਰ ਤੂੰ ਲੜ ਰਹੀ ਹੈ ਮੇਰੇ ਉਹ ਸਰ ਮੈਂ ਸਰ ਕਹਿ ਰਿਹਾ, ਮੈਂ ਕਿਉਂ ਲੜਨਾ ਸਰ ਨਾਲ। ਤੁਹਾਡੇ? ਲੜੋ ਮੇਰੇ ਨਾਲ। ਉਹ ਮੈਂ ਸਰ ਲੜ ਹੀ ਨਹੀਂ ਸਕਦਾ, ਮੇਰੀ ਇੰਨੀ ਹੈਸੀਅਤ ਹੀ ਨਹੀਂ ਤੁਹਾਡੇ ਨਾਲ ਲੜਨਾ। ਤੁਸੀਂ ਇੱਕ ਡਾਕਟਰ ਹੋ, ਬੜਾ ਵਧੀਆ ਰੁਤਬਾ ਹੁੰਦਾ ਇੱਕ ਡਾਕਟਰ ਦਾ। ਨਹੀਂ ਦੇਣਗੇ ਪੈਸੇ, ਕੋਈ ਗੱਲ ਨਹੀਂ, ਮੈਂ ਕੱਲ ਗੱਲ ਕਰ ਲਾਂਗਾ। ਠੀਕ ਹੈ ਸਰ, ਚਲੋ ਆਪਾਂ ਇਹ ਤੁਹਾਡੀ ਗੱਲ ਤੇ ਸਿਰ ਮੱਥੇ ਆ ਕਿ ਜੇ ਤੁਹਾਨੂੰ ਇਹ ਪੈਸੇ ਨਹੀਂ ਦੇਣ ਦੀ ਸ਼ਮਤਾ ਹੋਏਗੀ ਤਾਂ ਤੁਸੀਂ ਤਾਂ ਵੀ ਡਿਸਚਾਰਜ ਕਰ ਦਿਓ। ਕੁਝ ਨਹੀਂ ਹੋ ਚੱਲਾ ਯਾਰ, ਮੈਨੂੰ ਕੋਈ ਫਰਕ ਨਹੀਂ ਪੈਣਾ 2-4 ਲੱਖ। ਠੀਕ ਹੈ ਸਰ, ਥੈਂਕ ਯੂ ਸੋ ਮਚ ਸਰ, ਥੈਂਕ ਯੂ ਸਰ, ਥੈਂਕ ਯੂ, ਓਕੇ ਸਰ। ਪਹਿਲਾਂ ਤਾਂ ਨਹੀਂ ਸੀ ਸਰ ਪਹਿਲਾਂ ਨਹੀਂ ਕਰ ਆਪਾਂ ਨੇ ਪੱਥਰੀ ਦੇ ਨਾਲ ਵੀਡੀਓ ਨਾ ਬਣਾ ਸਕਦੇ ਉਹਨਾਂ ਦੀ ਕਿੱਥੇ ਗੱਲ ਕਰਕੇ ਆਏ ਆ। ਨਹੀਂ ਤੁਸੀਂ ਮੇਰੀ ਗੱਲ ਕੋਈ ਗੱਲ ਆਪਾਂ ਇਹ ਪੱਥਰੀ ਦੇ ਇਲਾਜ ਲਈ ਤੇ ਬਾਹ ਫਲੋਗੀ ਨਾਲ ਇੱਥੇ ਉਹ ਤੇ ਪਲਾਟ ਹੈਗਾ ਨਾ ਇਹਨਾਂ ਦੇ ਟ੍ਰੇਨ ਦੇ ਵਿੱਚ। ਉਹ ਕਿਦੋਂ- ਸਾਨੂੰ ਪਹਿਲਾਂ ਦੱਸਿਆ ਹੀ ਨਹੀਂ, ਸਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ। ਉਹ ਤਾਂ ਕਿਸੇ ਨੇ ਗੱਲ ਸੀਟੀ ਸਕੈਨ ਕਰਾਇਆ ਗਿਆ ਪਰਸੋਂ ਨਾਲ। ਸਾਨੂੰ ਕਿਸੇ ਨੇ ਨਹੀਂ ਦੱਸਿਆ ਸਰ, ਸਾਡੇ ਨਾਲ ਤਾਂ ਕੋਈ ਜਦੋਂ ਗੱਲ ਹੀ ਪੇਸ਼ੈਂਟ ਨਹੀਂ। ਬੈੱਡ ਤੇ ਲੇਟਦਾ ਨਾ, ਉਹਨੂੰ ਪ੍ਰੋਬਲਮ ਹੋ ਜਾਂਦੀ ਸੀ। ਪਰ ਸਾਨੂੰ ਨਹੀਂ, ਦੱਸਣਾ ਬੈੱਡ ਤੇ ਚਾਹੀਦਾ ਸੀ ਲੇਟਦਾ ਨਾ। ਤਾਂ ਤੁਸੀਂ
ਪੇਸ਼ੈਂਟ ਦੇ ਘਰ ਨਾਲ ਗੱਲ ਹੀ ਨਹੀਂ ਕੀਤੀ ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਕੀਤੀ ਕਿਸੇ ਨੇ। ਅਸੀਂ ਪੁੱਛਿਆ ਪੇਸ਼ੈਂਟ ਸਾਡਾ ਕਿਸ ਤਰ੍ਹਾਂ, ਦੇ ਕਹਿੰਦੇ ਬਹੁਤ ਵਧੀਆ ਹੈਗਾ ਵਾ। ਹਾਂ ਵੇਖੋ ਨਾ ਉਹਦੀ ਹੁਣ ਬਾਂਹ ਹੀ ਨਹੀਂ ਚੱਲਣ ਦੀ ਰਾਤੀ। ਅੱਜ 24/4/2022 ਅਸੀਂ ਆਏ ਸੀਗੇ ਬਟਾਲਾ ਰੋਡ ਕੋਆਪਰੇਟ ਹਸਪੀਟਲ। ਮੈਨੂੰ ਮੇਰਾ ਵੀਰ ਰੋਹਿਤ ਆ, ਇਹਦਾ ਰਾਤੀ ਮੈਨੂੰ ਫੋਨ ਆਇਆ। ਇਹਨੇ ਫੇਸਬੁੱਕ ਤੋਂ ਮੇਰੀ ਵੀਡੀਓਜ਼ ਵਗੈਰਾ ਵੇਖ ਕੇ ਮੈਨੂੰ ਫੋਨ ਕੀਤਾ ਤੇ ਇਹਨੇ ਮੈਨੂੰ ਆਪਣਾ ਦੱਸਿਆ ਕਿ ਸਾਡੇ ਨਾਲ ਇਸ ਹਸਪੀਟਲ 'ਚ ਬਹੁਤ ਨਜਾਇਜ਼ ਹੋ ਰਹੀ ਆ, ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਤੇ ਇਹਨੂੰ ਆਪਾਂ ਸਵੇਰੇ ਮਿਲਣ ਦਾ ਆਸ਼ਵਾਸਨ ਦਿੱਤਾ ਤੇ ਅਸੀਂ ਇਹਨੂੰ ਸਵੇਰੇ ਮਿਲਣ ਆਏ ਆ। ਇਹਨਾਂ ਨੇ ਸਾਨੂੰ ਦੱਸਿਆ ਕਿ ਇਸ ਹਸਪੀਟਲ 'ਚ 14 ਤਰੀਕ ਨੂੰ ਇਹ ਆਪਣੇ ਮਾਤਾ ਜੀ ਨੂੰ ਲੈ ਕੇ ਆਏ ਨੇ, ਜਿਨ੍ਹਾਂ ਦੇ ਪਿੱਤੇ 'ਚ ਪੱਥਰੀ ਸੀਗੀ। ਉਹਨਾਂ ਦਾ ਇਹਨਾਂ ਨੇ ਸੀਟੀ ਸਕੈਨ ਤੇ ਅਲਟਰਾਸਾਊਂਡ ਆਲਰੇਡੀ ਪਹਿਲਾਂ ਹੀ ਕਰਾਇਆ ਹੋਇਆ ਸੀਗਾ। ਉਹ ਇਹ ਰਿਪੋਰਟਾਂ ਲੈ ਕੇ ਇਸ ਹਸਪੀਟਲ 'ਚ ਆਏ ਨੇ, ਬਟ ਹਸਪੀਟਲ ਵਾਲਿਆਂ ਨੇ ਕਿਹਾ ਕਿ ਇਹ ਟੈਸਟ ਤੁਸੀਂ ਬਾਹਰੋਂ ਕਰਾਏ ਨੇ, ਅਸੀਂ ਇਹ ਨਹੀਂ ਮੰਨਾਂਗੇ, ਸਾਡੇ ਹਸਪੀਟਲੋਂ ਤੁਸੀਂ ਟੈਸਟ ਕਰਾਓ। ਇਹਨਾਂ ਨੇ ਹਸਪੀਟਲੋਂ ਵੀ 5500 ਦਾ ਸੀਟੀ ਸਕੈਨ ਕਰਾ ਲਿਆ। ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਜੀ ਪਿੱਤੇ 'ਚ 34 mm ਦੀ ਪੱਥਰੀ ਹੈ, ਪਲੱਸ ਇਹਨਾਂ ਨੂੰ ਇਨਫੈਕਸ਼ਨ ਹੈਗੀ ਹੈ, ਜਿਸ ਦਾ ਇਲਾਜ ਅਸੀਂ ਕਰ ਦੇਵਾਂਗੇ। ਇੱਥੇ ਡਾਕਟਰ ਬੇਦੀ ਨੇ, ਜਿਨ੍ਹਾਂ ਨੇ ਰੋਹਿਤ ਰਾਣਾ, ਇਹ ਵੀਰ ਰਾਣਾ ਤੇ ਇਹਨਾਂ ਦੇ ਪਰਿਵਾਰ ਨਾਲ 80000 ਦਾ ਪੈਕੇਜ ਫਿਕਸ ਕੀਤਾ ਕਿ ਤੁਹਾਡਾ 80000 ਰੁਪਇਆ ਲੱਗੇਗਾ, ਅਸੀਂ ਇਹਨਾਂ ਦਾ ਇਲਾਜ ਕਰ ਦਾਂਗੇ। 3 ਦਿਨ ਉਹਨਾਂ ਨੂੰ ਪਹਿਲਾਂ ਐਡਮਿਟ ਰੱਖਿਆ ਗਿਆ, ਚੌਥੇ ਦਿਨ ਉਹਨਾਂ ਦਾ ਆਪਰੇਟ ਕੀਤਾ ਗਿਆ ਸਿਰਫ ਇਨਫੈਕਸ਼ਨ ਦਾ। ਇਹਨਾਂ ਨੇ 60000 ਰੁਪਇਆ ਪਹਿਲਾਂ ਹੀ ਰਿਸੈਪਸ਼ਨ ਤੇ ਜਮ੍ਹਾਂ ਕਰਾਤਾ ਤੇ ਆਪਰੇਸ਼ਨ ਟਾਈਮ ਤੇ ਇਹਨਾਂ ਕੋਲ 39000 ਦੀ ਦੁਬਾਰਾ ਡਿਮਾਂਡ ਕੀਤੀ ਗਈ। ਇਹਨਾਂ ਨੇ ਡਾਕਟਰ ਬੇਦੀ ਨਾਲ ਜਦੋਂ ਇਸ ਟੌਪਿਕ ਤੇ ਗੱਲ ਕੀਤੀ ਕਿ ਡਾਕਟਰ ਸਾਹਿਬ ਸਾਡਾ ਤੇ 80000 ਦਾ ਤੁਹਾਡਾ ਪੈਕੇਜ ਹੋਇਆ, ਤੇ ਬੇਦੀ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਇਹ ਜੀ ਆਪਰੇਸ਼ਨ ਟਾਈਮ ਤੇ ਜਿਹੜਾ ਮਾੜਾ ਮੋਟਾ ਸਮਾਨ ਆਂਦਾ ਵਾ, ਇਹ ਉਹਦੇ ਪੈਸੇ ਨੇ, ਪਲੱਸ ਜਿਹੜਾ ਤੁਹਾਡਾ ਬਕਾਇਆ ਵਾ ਇਹ ਉਹਦੇ ਪੈਸੇ ਨੇ। ਉਹਦੀ ਜੀ ਸਾਡੇ ਕੋਲ ਫੋਨ ਤੇ ਰਿਕਾਰਡਿੰਗ ਆ, ਅਸੀਂ ਉਹ ਵੀ ਵਾਇਰਲ ਕਰ ਦਾਂਗੇ ਨਾਲ ਹੀ। ਤੇ ਇਹਨਾਂ ਨੇ ਸੋਚਿਆ ਕਿ ਇਹ ਉਸੇ 80000 ਚ ਐਡਜਸਟ ਹੋਣਗੇ ਪੈਸੇ। ਇਹਨਾਂ ਨੇ ਉਹ ਵੀ ਪੈਸੇ ਜਮ੍ਹਾਂ ਕਰਾਤੇ। ਇਹਨਾਂ ਨੇ 1,04,000 ਰੁਪਇਆ ਜਮ੍ਹਾਂ ਕਰਾ ਚੁੱਕੇ ਨੇ ਹੁਣ ਤੱਕ, ਬਟ ਇਹਨਾਂ ਦੀ ਮਦਰ ਦਾ ਪਿੱਤੇ ਦਾ ਆਪਰੇਸ਼ਨ ਪੱਥਰੀ ਦਾ ਹਾਲੇ ਤੱਕ ਨਹੀਂ ਹੋਇਆ। ਇਹਨਾਂ ਨੇ ਜਦੋਂ ਪਰਸੋਂ ਇਹਨਾਂ ਨੇ ਡਾਕਟਰ ਸਾਹਿਬ ਨੂੰ ਫੇਰ ਪੁੱਛਿਆ ਕਿ ਆਪਰੇਸ਼ਨ ਨਹੀਂ ਕੀਤਾ ਹਾਲੇ ਤੱਕ, ਉਹਦਾ ਕਾਰਨ ਇਹਨਾਂ ਨੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਤੁਹਾਡਾ 3.5 ਲੱਖ ਰੁਪਇਆ 3.5 ਲੱਖ ਰੁਪਇਆ ਹਾਲੇ ਵੀ ਬਕਾਇਆ। ਪਹਿਲਾਂ 3.5 ਲੱਖ ਰੁਪਇਆ ਜਮ੍ਹਾਂ ਕਰਾਓ, ਪੁਰਾਣਾ ਬਿੱਲ ਪੇ ਕਰੋ, ਉਸ ਤੋਂ ਬਾਅਦ ਅਸੀਂ ਪਿੱਤੇ ਦਾ ਆਪਰੇਸ਼ਨ ਕਰਾਂਗੇ। ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਕਿ ਸਾਡਾ 80000 ਦਾ ਆਪਰੇਸ਼ਨ ਪੈਕੇਜ ਹੋਇਆ ਸੀਗਾ ਤੇ ਅਸੀਂ ਹੋਰ ਪੈਸੇ ਕਾਹਦਾ ਦਈਏ। ਇਹ ਮੈਡਮ ਇਹਨਾਂ ਦੇ ਜਿਹੜੇ ਅੰਦਰ ਪੇਸ਼ੈਂਟ ਉਹਨਾਂ ਦੀ ਨੂੰਹ ਹੈ, ਇਹ ਡਾਕਟਰ ਸਾਹਿਬ ਕੋਲ ਗਏ ਨੇ ਕਿ ਸਾਡੇ ਪੇਸ਼ੈਂਟ ਦੀਆਂ ਤੁਸੀਂ ਦਵਾਈਆਂ ਬੰਦ ਕਰ ਦਿਓ। ਉਹ ਇਹਨਾਂ ਨਾਲ ਵੀ ਬਦਤਮੀਜ਼ੀ ਨਾਲ ਬੋਲੇ ਨੇ ਕਿ ਪਹਿਲਾਂ ਪੈਸੇ ਜਮ੍ਹਾਂ ਕਰਾਓ ਤਾਂ ਦਵਾਈਆਂ ਸ਼ੁਰੂ ਹੋਣੀਆਂ ਤੇ ਤੂੰ ਮੇਰੇ ਕੈਬਿਨ ਤੋਂ ਬਾਹਰ ਚਲ ਜਾ। ਇਹ ਦੇਖੋ ਜੀ, ਇਹ ਕੋਈ ਡਾਕਟਰ ਲੈਵਲ ਦੇ ਬੰਦੇ ਨੂੰ ਬੋਲਣ ਦਾ ਇਹ ਹੱਕ ਨਹੀਂਗਾ। ਇਹ ਬਹੁਤ ਇੱਕ ਕਹਿੰਦੇ ਬਹੁਤ ਪਵਿੱਤਰ ਪੇਸ਼ਾ ਮੰਨਿਆ ਜਾਂਦਾ, ਇੱਕ ਡਾਕਟਰ ਰੱਬ ਦਾ ਰੂਪ ਮੰਨਿਆ ਜਾਂਦਾ। ਬਟ ਇਸ ਹਸਪੀਟਲ 'ਚ ਸਾਨੂੰ ਇਹ ਦੇਖਣ ਨੂੰ ਮਿਲ ਰਿਹਾ ਕਿ ਇਸ ਹਸਪੀਟਲ ਵਾਸਤੇ ਸਿਰਫ ਪੈਸਾ ਹੀ ਸਭ ਕੁਝ ਹੈ। ਹੁਣ ਅਸੀਂ ਪੇਸ਼ੈਂਟ ਨੂੰ ਵੀ ਮਿਲ ਕੇ ਆਏ ਆ। ਪੇਸ਼ੈਂਟ ਦੀ ਖੱਬੀ ਬਾਹ ਜਦੋਂ ਹਸਪੀਟਲ ਆਇਆ ਸੀਗਾ ਬਿਲਕੁਲ ਤੰਦਰੁਸਤ ਆਇਆ ਸੀਗਾ, ਸਿਰਫ ਪਿੱਤੇ 'ਚ ਪੱਥਰੀ ਦੀ ਪ੍ਰੋਬਲਮ ਸੀਗੀ। ਇਸ ਟਾਈਮ ਆਈਸੀਯੂ 'ਚ ਆ ਪੇਸ਼ੈਂਟ ਦੁਆਰਾ, ਉਹਦੀ ਖੱਬੀ ਬਾਹ ਕੰਮ ਕਰਨਾ ਬੰਦ ਕਰ ਚੁੱਕੀ ਹੈ। ਉਹਦਾ ਰੀਜ਼ਨ ਪੁੱਛਿਆ ਗਿਆ ਤੇ ਸਾਨੂੰ ਰੀਜ਼ਨ ਨਹੀਂ ਦੱਸਿਆ ਗਿਆ। ਡਾਕਟਰ ਬੇਦੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਕੈਬਿਨ ਚੋਂ ਬਾਹਰ ਚਲਾ ਗਿਆ ਕਿ ਮੈਂ ਕੈਮਰੇ ਦੇ ਸਾਹਮਣੇ ਤੁਹਾਡੇ ਨਾਲ ਕੋਈ ਵੀ ਗੱਲ ਨਹੀਂ ਕਰਨੀ। ਹੁਣ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਡੀਟਰ ਮਲਹੋਤਰਾ ਜੀ ਨਾਲ, ਉਹਨਾਂ ਨੇ ਸਾਨੂੰ ਇਹ ਕਿਹਾ ਵਾ ਕਿ ਮੈਂ ਇਹਨਾਂ ਨੂੰ ਕੱਲ ਡਿਸਚਾਰਜ ਕਰ ਦਾਂਗਾ, ਮੈਨੂੰ ਪੈਸੇ ਕੋਈ ਮਾਇਨੇ ਨਹੀਂ ਰੱਖਦੇ, ਮੈਂ ਤੁਹਾਨੂੰ ਕੱਲ ਛੁੱਟੀ ਦੇ ਦਾਂਗਾ। ਮੇਰਾ ਇਸ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਹੈ ਕਿ ਇਹੋ ਜਿਹੇ ਜਿਹੜੇ ਭ੍ਰਸ਼ਟ ਹਸਪੀਟਲ ਨੇ ਜਿਹਦੇ 'ਚ ਗਰੀਬ ਜਨਤਾ ਨਾਲ ਧੱਕਾ ਕੀਤਾ ਜਾਂਦਾ, ਨਜਾਇਜ਼ ਕੀਤੀ ਜਾਂਦੀ ਹੈ, ਉਹਨੂੰ ਸਰਕਾਰ ਕਾਨੂੰਨ ਵਿਵਸਥਾ ਨਕੇਲ ਪਾਵੇ ਤੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਆਮ ਜਨਤਾ ਨਾਲ ਜੋ ਧੱਕਾ ਪਿਛਲੇ ਕਾਫੀ ਸਮਿਆਂ ਤੋਂ ਚੱਲਦਾ ਆ ਰਿਹਾ ਉਹ ਗਾਂ ਨਾ ਹੋ। ਧੰਨਵਾਦ।